TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਜਸਟਿਸ ਲਲਿਤ ਭਾਰਤ ਦੀ ਸੁਪਰੀਮ ਕੋਰਟ ਦੇ ਨਵੇਂ ਮੁੱਖ ਜੱਜ ਵਜੋਂ ਨਿਯੁਕਤ। ਯੂਪੀ ਸਰਕਾਰ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੇ ਕੇਸ ਲਵੇਗੀ ਵਾਪਸ। ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਨਿਸ਼ਾਨੇ ਤੇ 3 ਸਾਬਕਾ ਮੰਤਰੀ ਅਤੇ ਵਿਧਾਇਕ। ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਵਾਲਾ ਨਾਇਬ ਤਹਿਸੀਲਦਾਰ ਗ੍ਰਿਫਤਾਰ। ਇੱਕ ਮਹਿਲਾ ਨੇ ਪਟਿਆਲਾ ਦੇ ਇੱਕ DSP ਤੇ ਲਗਾਏ ਗੰਭੀਰ ਦੋਸ਼। ਪੀੜਤਾਂ ਦੇ ਖੁਲਾਸਿਆਂ ਨੇ ਉਡਾਏ ਹੋਸ਼। ਵਿਦਿਆਰਥਣਾਂ ਨਾਲ ਬੇਹੁਦਾ ਸਲੂਕ ਕਰਨ ਵਾਲਾ ਅਧਿਆਪਕ ਗ੍ਰਿਫਤਾਰ। ਅਤੇ ਪੰਜਾਬ ਦੇ DGP ਨੇ ਦੱਸਿਆ ਗੈਂਗਸਟਰਾਂ ਦਾ ਕਿਵੇਂ ਕਰਨਗੇ ਸਫਾਇਆ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲੀ ਅਹਿਮ ਤੇ ਵੱਡੀ ਖਬਰ ਆਖੀ ਜਾ ਸਕਦੀ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਦੇ ਨਵੇਂ ਮੁੱਖ ਜੱਜ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਜਸਟਿਸ ਉਦੈ ਉਮੇਸ਼ ਲਲਿਤ ਭਾਰਤ ਦੀ ਸੁਪਰੀਮ ਕੋਰਟ ਦੇ 49ਵੇਂ ਚੀਫ ਜਸਟਿਸ ਵਜੋਂ ਨਿਯੁਕਤ ਹੋਏ ਨੇ। ਜਾਣਕਾਰੀ ਦੇ ਅਨੁਸਾਰ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। NV ਰਮੰਨਾ ਉਹਨਾਂ ਨੇ ਬੀਤੇ ਦਿਨੀ ਕੇਂਦਰੀ ਕਾਨੂੰਨ ਮੰਤਰੀ ਨੂੰ ਆਪਣੇ ਉੱਤਰਾਧਿਕਾਰੀ ਦੇ ਵਜੋਂ ਜਸਟਿਸ ਉਦੈ ਉਮੇਸ਼ ਲਲਿਤ ਦੇ ਨਾਮ ਦੀ ਸਿਫਾਰਿਸ਼ ਕੀਤੀ ਸੀ, ਕਿਉਂਕਿ ਸਭ ਤੋਂ ਵੱਧ ਸੀਨੀਅਰ ਉਹ ਨੇ। ਜਸਟਿਸ ਉਦੈ ਉਮੇਸ਼ ਲਲਿਤ ਦਾ ਕਾਰਜਕਾਲ 3 ਮਹੀਨਿਆਂ ਤੋਂ ਵੀ ਘੱਟ ਦਾ ਹੋਣਾ ਹੈ, ਕਿਉਂਕਿ ਸੁਪਰੀਮ ਕੋਰਟ ਦੇ ਜੱਜ 65 ਸਾਲ ਦੀ ਉਮਰ ਤੇ ਰਿਟਾਇਰ ਹੁੰਦੇ ਨੇ ਅਤੇ ਉਹ 8 ਨਵੰਬਰ 2022 ਨੂੰ 65 ਸਾਲ ਦੇ ਹੋ ਜਾਣਗੇ ਅਤੇ ਉਹਨਾਂ ਦੀ ਰਿਟਾਇਰਮੈਂਟ ਹੋ ਜਾਣੀ ਹੈ। ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਨਿਯੁਕਤੀ ਦੇ ਵਾਰੰਟ ਤੇ ਦਸਤਖਤ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ 49ਵੇਂ ਚੀਫ ਜਸਟਿਸ ਦੇ ਵਜੋਂ ਨਿਯੁਕਤ ਕੀਤਾ ਗਿਆ। ਉਹ 27 ਅਗਸਤ ਨੂੰ ਮੁੱਖ ਜੱਜ NV ਰਮੰਨਾ ਦੇ ਅਸਤੀਫੇ ਤੋਂ ਬਾਅਦ ਉਹਨਾਂ ਦੀ, ਕਿਉਂਕਿ ਕਾਰਜਕਾਲ ਸਮਾਪਤ ਹੋਣ ਜਾ ਰਿਹਾ, ਉਹਦੇ ਤੋਂ ਬਾਅਦ ਆਪਣਾ ਅਹੁਦਾ ਸੰਭਾਲ ਲੈਣਗੇ। ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਕਿ ਸੰਵਿਧਾਨ ਦੀ ਧਾਰਾ 124 ਦੀ ਧਾਰਾ 2 ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰਾਸ਼ਟਰਪਤੀ 27 ਅਗਸਤ ਤੋਂ ਭਾਰਤ ਦੇ ਚੀਫ ਜਸਟਿਸ ਵਜੋਂ ਸੁਪਰੀਮ ਕੋਰਟ ਦੇ ਜੱਜ ਉਦੈ ਉਮੇਸ਼ ਲਲਿਤ ਨੂੰ ਨਿਯੁਕਤ ਕਰ ਰਹੇ ਹਨ। ਲਲਿਤ ਇਸ ਅਹੁਦੇ ਤੇ ਨਿਯੁਕਤ ਕੀਤੇ ਜਾਣ ਵਾਲੇ ਦੂਸਰੇ ਇਸ ਤਰ੍ਹਾਂ ਦੇ ਵਿਅਕਤੀ ਨੇ ਜਿਨ੍ਹਾਂ ਨੂੰ ਬਾਰ ਤੋਂ ਸਿੱਧੇ ਤੌਰ ਤੇ ਸੁਪਰੀਮ ਕੋਰਟ ਦੇ ਬੈਂਚ ਵਿੱਚ ਸ਼ਾਮਲ ਕੀਤਾ ਗਿਆ ਹੋਵੇ। ਉਹਨਾਂ ਤੋਂ ਪਹਿਲਾਂ ਦੱਸਣਾ ਬਣਦਾ ਹੈ ਕਿ ਜਸਟਿਸ SM ਸੀਕਰੀ ਪਹਿਲੇ ਵਕੀਲ ਸਨ ਜੋ 1971 ਵਿੱਚ ਭਾਰਤ ਦੇ 13ਵੇਂ ਮੁੱਖ ਜੱਜ ਬਣੇ ਸੀ। 9 ਨਵੰਬਰ 1957 ਨੂੰ ਜਨਮੇ ਸਨ ਲਲਿਤ। ਸਾਲ 1983 ਵਿੱਚ ਇਹਨਾਂ ਨੇ ਵਕਾਲਤ ਸ਼ੁਰੂ ਕੀਤੀ। 1985 ਤੱਕ ਬੰਬੇ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਰਹੇ। ਫਿਰ ਜਨਵਰੀ 1986 ਵਿੱਚ ਦਿੱਲੀ ਆ ਕੇ ਪ੍ਰੈਕਟਿਸ ਸ਼ੁਰੂ ਕੀਤੀ। ਉਹਨਾਂ ਨੂੰ 13 ਅਗਸਤ 2014 ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਜਸਟਿਸ ਲਲਿਤ ਸੁਪਰੀਮ ਕੋਰਟ ਦੇ ਉਸ ਬੈਂਚ ਦਾ ਹਿੱਸਾ ਸਨ ਜਿਨ੍ਹਾਂ ਨੇ ਅਗਸਤ 2017 ਵਿੱਚ 3 ਤਲਾਕ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਸੀ। ਨਹੀਂ, ਉਹਨਾਂ ਦੀ ਅਗਵਾਈ ਵਾਲੇ ਬੈਂਚ ਨੇ ਤ੍ਰਾਵਣਕੋਰ ਦੇ ਉਸ ਸਮੇਂ ਦੇ ਸ਼ਾਹੀ ਪਰਿਵਾਰ ਨੂੰ ਕੇਰਲ ਦੇ ਇਤਿਹਾਸਕ ਸ਼੍ਰੀ ਪਦਮਨਾਭ ਸਵਾਮੀ ਮੰਦਿਰ ਦਾ ਪ੍ਰਬੰਧ ਕਰਨ ਦਾ ਅਧਿਕਾਰ ਦਿੱਤਾ ਸੀ। ਇੰਨਾ ਹੀ ਨਹੀਂ, ਉਹਨਾਂ ਦੀ ਅਗਵਾਈ ਵਾਲੀ ਬੈਂਚ ਨੇ ਪੋਕਸੋ ਐਕਟ ਦੇ ਤਹਿਤ ਸਕਿਨ ਟੂ ਸਕਿਨ ਸੰਪਰਕ ਦੇ ਮੁੰਬਈ ਹਾਈ ਕੋਰਟ ਦੇ ਵਿਵਾਦਤ ਫੈਸਲੇ ਨੂੰ ਵੀ ਰੱਦ ਕੀਤਾ ਸੀ। ਸੋ ਹੁਣ ਉਹਨਾਂ ਦੀ ਨਿਯੁਕਤੀ ਭਾਰਤ ਦੇ ਨਵੇਂ ਮੁੱਖ ਜੱਜ ਦੇ ਵਜੋਂ ਕਰ ਦਿੱਤੀ ਗਈ ਹੈ। ਭਾਵੇਂ ਕਾਰਜਕਾਲ ਥੋੜਾ ਹੈ, ਪਰ ਕੁਝ ਇੱਕ ਜੱਜ ਜਾਂ ਕੁਝ ਇੱਕ ਮੁੱਖ ਜੱਜ ਹਮੇਸ਼ਾ ਚੇਤੇ ਰੱਖੇ ਜਾਂਦੇ ਹੈ, ਜਿਹੜੇ ਕੁਝ ਉਹ ਫੈਸਲੇ ਕਰਕੇ ਜਾਂਦੇ ਹੈ ਜਿਹੜੇ ਸੱਚਮੁੱਚ ਇਤਿਹਾਸ ਦੇ ਵਿੱਚ ਸੁਨਹਿਰੀ ਪੰਨੇ ਦੇ ਤੌਰ ਤੇ ਦਰਜ ਕੀਤੇ ਜਾਂਦੇ ਰਹੇ। ਵੇਖਦੇ ਹਾਂ ਕਿ ਇਹਨਾਂ ਦਾ ਕਾਰਜਕਾਲ ਕਿਹੋ ਜਿਹਾ ਰਹੇਗਾ। ਤੇ ਆਓ ਹੁਣ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸਰਕਾਰਾਂ ਲੋਕਾਂ ਲਈ ਕੀ ਤੇ ਆਪਣਿਆਂ ਲਈ ਕੀ ਵੱਖੋ ਵੱਖਰੇ ਤਰੀਕੇ ਨਾਲ ਪੇਸ਼ ਆਉਂਦੀਆਂ ਨੇ। ਯੂਪੀ ਵਾਲੇ ਪਾਸੋਂ ਖਬਰ ਮਿਲ ਰਹੀ ਹੈ ਕਿ ਯੂਪੀ ਦੇ ਵਿੱਚ ਚੱਲ ਰਹੀ ਹੈ ਭਾਜਪਾ ਦੀ ਯੋਗੀ ਸਰਕਾਰ। ਯੋਗੀ ਸਰਕਾਰ ਆਪਣੇ ਮੰਤਰੀਆਂ ਤੇ ਵਿਧਾਇਕਾਂ ਦੇ ਵਿਰੁੱਧ ਜਿਹੜੇ ਮਾਮਲੇ ਦਰਜ ਨੇ ਉਹਨਾਂ ਨੂੰ ਵਾਪਸ ਲੈਣ ਦੀਆਂ ਤਿਆਰੀਆਂ ਕਰ ਰਹੀ ਹੈ।
ਜੇਕਰ ਜਿਹੜੀ ਪੁਖਤਾ ਰਿਪੋਰਟ ਮਿਲ ਰਹੀ ਹੈ ਉਹਨਾਂ ਦੀ ਆਧਾਰ ਬਣਾਈਏ ਤਾਂ ਪਤਾ ਲੱਗ ਰਿਹਾ ਕਿ ਯੂਪੀ ਸਰਕਾਰ ਦੇ ਮੰਤਰੀ ਨੇ ਕੁਝ ਵਿਧਾਇਕ ਨੇ ਉਹਨਾਂ ਦੇ ਖਿਲਾਫ ਚੱਲ ਰਹੇ ਕੇਸ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ। ਦੱਸਿਆ ਜਾ ਰਿਹਾ ਕਿ ਇਹਨਾਂ ਦੇ ਕੇਸ ਨੇ ਨਾ ਜਿਹੜੇ ਇਹ ਖਿਲਾਫ ਇਹ ਸਿਆਸੀ ਰੰਜਿਸ਼ ਦੇ ਕਾਰਨ ਦਰਜ ਹੋਏ ਸੀ ਤੇ ਜਾਂਚ ਦਾ ਕੰਮ ਆਖਰੀ ਪੜਾਅ ਤੇ ਚੱਲ ਰਿਹਾ ਹੈ। ਦੱਸਣਾ ਬਣਦਾ ਕਿ ਯੂਪੀ ਦੇ ਵਿੱਚ ਕਈ ਇਸ ਤਰ੍ਹਾਂ ਦੇ ਮੰਤਰੀ ਵੀ ਨੇ, ਕਈ ਇਸ ਤਰ੍ਹਾਂ ਦੇ ਵਿਧਾਇਕ ਵੀ ਨੇ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਦਰਜ ਨੇ। ਕਹਿੰਦੇ ਆ ਕਿ ਸਕਰੀਨਿੰਗ ਚੱਲ ਰਹੀ ਹੈ। ਸਕਰੀਨਿੰਗ ਪੂਰੀ ਹੋਣ ਤੋਂ ਬਾਅਦ ਯੋਗੀ ਸਰਕਾਰ ਆਪਣੇ ਮੰਤਰੀਆਂ ਤੇ ਵਿਧਾਇਕਾਂ ਦੇ ਵਿਰੁੱਧ ਦਰਜ ਸਾਰੇ ਦੇ ਸਾਰੇ ਕੇਸ ਵਾਪਸ ਲਵੇਗੀ। ਹਾਲਾਂਕਿ ਇਹਦੀ ਅਧਿਕਾਰਤ ਪੁਸ਼ਟੀ ਨਹੀਂ ਹਲੇ ਉਹਨਾਂ ਨੇ ਕੀਤੀ, ਪਰ ਅੰਦਰੂਨੀ ਖਬਰਾਂ ਇਹੋ ਹੀ ਨੇ। ਇਸੇ ਦੌਰਾਨ ਯੂਪੀ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਸਮਾਜਵਾਦੀ ਪਾਰਟੀ ਨੇ ਵੀ, ਕਾਂਗਰਸ ਪਾਰਟੀ ਨੇ ਵੀ ਸਰਕਾਰ ਦੇ ਇਸ ਫੈਸਲੇ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ। ਸਮਾਜਵਾਦੀ ਪਾਰਟੀ ਦੇ ਬੁਲਾਰੇ ਨੇ ਅਨੁਰਾਗ ਭਦੌਰੀਆ ਨੇ ਕਿਹਾ ਕਿ ਭਾਜਪਾ ਅਪਰਾਧਿਕ ਪ੍ਰਵਿਰਤੀ ਵਾਲੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਨੋਇਡਾ ਦੇ ਸ਼੍ਰੀਕਾਂਤ ਤਿਆਗੀ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਗ੍ਰੈਂਡ ਓਮੈਕਸ ਸੁਸਾਇਟੀ ਵਿੱਚ ਜੋ ਕੁਝ ਹੋਇਆ ਉਹ ਇਸੇ ਦਾ ਨਤੀਜਾ ਹੈ। ਇਸ ਤਰ੍ਹਾਂ ਕਾਂਗਰਸ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪਰ ਦੂਸਰੇ ਪਾਸੇ ਕਿਸਾਨੀ ਸੰਘਰਸ਼ ਚੱਲ ਰਿਹਾ ਸੀ। ਕੁਝ ਕਿਸਾਨਾਂ ਦੇ ਉੱਤੇ ਵੀ ਕੇਸ ਤਾਂ ਦਰਜ ਹੋਏ ਨੇ, ਉਹਦਾ ਵਾਪਸ ਲੈਣ ਦਾ ਨਾਂ ਹੀ ਨਹੀਂ ਲੈਂਦੀ। ਸੋ ਆਪਣਿਆਂ ਨੂੰ ਰਿਓੜੀਆਂ ਵੰਡੀਆਂ ਜਾ ਰਹੀਆਂ ਨੇ। ਜਿਸ ਤਰ੍ਹਾਂ ਕਹਿੰਦੇ ਨੇ ਕਿ ਅੰਨਾ ਵੰਡੇ ਸੀਰ ਨਹੀਂ ਤੇ ਮੁੜ ਆਪਣਿਆਂ ਨੂੰ। ਯੋਗੀ ਸਰਕਾਰ ਸ਼ਾਇਦ ਉਹੀ ਕੁਝ ਕਰਨ ਜਾ ਰਹੀ ਹੈ। ਤੇ ਇੱਧਰ ਆਪਾਂ ਹੁਣ ਪੰਜਾਬ ਵਾਲੇ ਪਾਸੇ ਆ ਜਾਂਦੇ ਹਾਂ। ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਤੇ ਮੁੱਖ ਮੰਤਰੀ ਨੇ ਭਗਵੰਤ ਮਾਨ। ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਦੇ ਉੱਤੇ ਇਸ ਵਕਤ 3 ਸਾਬਕਾ ਮੰਤਰੀ ਅਤੇ 1 ਸਾਬਕਾ ਵਿਧਾਇਕ ਅਤੇ ਕੁਝ IAS ਅਫੀਸਰ ਨੇ। ਦੱਸਿਆ ਜਾ ਰਿਹਾ ਹੈ ਕਿ ਅਫਸਰਸ਼ਾਹੀ, ਜਿਵੇਂ ਹੱਥ ਨੂੰ ਧੋਂਦਾ ਨਾ ਕਿ ਅੱਜ ਤੂੰ ਮੈਨੂੰ ਬਚਾ, ਕੱਲ ਨੂੰ ਮੈਂ ਤੈਨੂੰ ਬਚਾ ਲੂੰ, ਇਹ ਵੀ ਪਤਾ ਲੱਗ ਰਿਹਾ ਕਿ ਅਫਸਰਸ਼ਾਹੀ ਨੂੰ ਬਚਾਉਣ ਵਿੱਚ ਵੀ ਲੱਗੀ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜਿਹੜੇ ਇਸ ਵਕਤ ਨਾਭਾ ਜੇਲ੍ਹ 'ਚ ਬੈਠੇ ਹੈ, ਉਹਨਾਂ ਦੇ ਖਿਲਾਫ ਇੱਕ ਨਵਾਂ ਮੁਕੱਦਮਾ ਦਰਜ ਕੀਤੇ ਜਾਣ ਦੀਆਂ ਤਿਆਰੀਆਂ ਨੇ। ਤਿਆਰੀ ਮੁਕੰਮਲ ਲਗਭਗ ਹੋ ਗਈ ਹੈ, ਖਿੱਚੀ ਜਾ ਚੁੱਕੀ ਹੈ। ਇਹਦੇ ਤੋਂ ਪਹਿਲਾਂ ਵਸੀਲਿਆਂ ਤੋਂ ਵੱਧ ਆਮਦਨੀ ਉਸ ਨਵੇਂ ਕੇਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਉਹ ਵੀ ਜਾਂਚ ਆਖਰੀ ਪੜਾਅ ਤੇ ਦੱਸੀ ਜਾ ਰਹੀ ਹੈ। ਤੇ ਇਹ ਵੀ ਖਬਰ ਹੈ ਕਿ ਵਿਜੀਲੈਂਸ ਨੂੰ ਕਈ ਸ਼ਹਿਰਾਂ ਦੇ ਵਿੱਚ ਧਰਮਸੋਤ ਅਤੇ ਉਹਦੇ ਰਿਸ਼ਤੇਦਾਰਾਂ ਦੇ ਨਾਮ ਤੇ ਜਾਇਦਾਦ ਲੱਭ ਗਈ ਹੈ। ਬੀਤੇ ਦਿਨੀ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਕਿ ਮੋਹਾਲੀ ਦੇ ਵਿੱਚ ਇੱਕ ਪਲਾਟ ਰਿਹਾਇਸ਼ੀ ਸੀ। ਸਾਬਕਾ ਮੰਤਰੀ ਨੇ ਚੋਣ ਕਮਿਸ਼ਨ ਨੂੰ ਹਲਫੀਆ ਬਿਆਨ ਦੇ ਵਿੱਚ ਉਹਦੀ ਕੋਈ ਜਾਣਕਾਰੀ ਨਹੀਂ ਸੀ ਦਿੱਤੀ ਤੇ ਉਹਨਾਂ ਦੀ ਘਰਵਾਲੀ ਦੇ ਨਾਮ ਤੇ ਸੀ। ਚੋਣ ਕਮਿਸ਼ਨ ਨੂੰ ਇਸ ਸੰਬੰਧੀ ਪੱਤਰ ਲਿਖ ਦਿੱਤਾ ਗਿਆ ਸੀ। ਵੇਖਦੇ ਹਾਂ ਕਿ ਉਸ ਮਸਲੇ ਤੇ ਵੀ ਕੀ ਹੁੰਦਾ ਹੈ। ਇਸੇ ਤਰ੍ਹਾਂ ਇੱਕ ਭਗਤੂਪੁਰਾ ਜ਼ਮੀਨ ਘੁਟਾਲੇ ਦੀ ਪੜਚੋਲ ਵੀ ਜਾਰੀ ਸੀ। ਖਬਰ ਮਿਲ ਰਹੀ ਹੈ ਕਿ ਇਹ ਜਾਂਚ ਵੀ ਹੁਣ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਏਗੀ। ਮੁੱਖ ਮੰਤਰੀ ਨੇ ਪੰਚਾਇਤੀ ਮਹਿਕਮੇ ਦੀ 3 ਮੈਂਬਰੀ ਕਮੇਟੀ ਬਣਾਈ ਸੀ। ਉਹ ਜਿਹੜੀ ਕਮੇਟੀ ਦੀ ਰਿਪੋਰਟ ਸੀ, ਉਹ ਰਿਪੋਰਟ ਵਿਜੀਲੈਂਸ ਨੂੰ ਦੇ ਦਿੱਤੀ ਗਈ ਹੈ ਅਤੇ ਜਾਂਚ ਹਾਲੇ ਮੁੱਢਲੇ ਪੜਾਅ ਦੇ ਵਿੱਚ ਦੱਸੀ ਜਾ ਰਹੀ ਹੈ। ਵਿਜੀਲੈਂਸ ਨੂੰ ਇਸ ਜ਼ਮੀਨ ਦੇ ਘੁਟਾਲੇ ਦੇ ਤੱਥ ਘੋਖਣ ਲਈ ਆਖ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਨਾਮ ਗੂੰਜਦਾ ਹੈ ਤੇ ਨਾਲ 2 ਸਾਬਕਾ IAS ਅਫਸਰਾਂ ਤੇ ਵੀ ਉਂਗਲ ਉੱਠ ਰਹੀ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਮਹੀਨੇ ਭਾਵ ਜੁਲਾਈ ਦੇ ਆਖਰੀ ਹਫ਼ਤੇ ਜ਼ਮੀਨ ਘੁਟਾਲੇ ਦੀ ਜਾਂਚ ਸੰਬੰਧੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਸੀ। ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਕਾਨੂੰਨੀ ਨੁਕਤਿਆਂ ਤੋਂ ਕੋਈ ਕਮੀ ਛੱਡਣਾ ਨਹੀਂ ਚਾਹੁੰਦੀ। ਦੱਸਣਾ ਬਣਦਾ ਕਿ ਭਗਤੂਪੁਰਾ ਪੰਚਾਇਤ ਦੀ ਜ਼ਮੀਨ ਇੱਕ ਪ੍ਰਾਈਵੇਟ ਕੰਪਨੀ ਨੂੰ ਵੇਚੀ ਗਈ ਸੀ। ਜਾਂਚ ਵਿੱਚ ਇਹ ਗੱਲ ਸਾਹਮਣੇ ਆ ਗਈ ਸੀ ਕਿ ਅਫਸਰਸ਼ਾਹੀ ਇਸ ਘੁਟਾਲੇ ਵਿੱਚ ਘਿਰੇ ਹੋਏ ਇੱਕ ਅਧਿਕਾਰੀ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਇਸੇ ਤਰ੍ਹਾਂ ਕੱਲ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਪਟਿਆਲਾ ਜ਼ਿਲ੍ਹੇ ਦਾ ਪਿੰਡ ਆ ਆਕੜੀ ਦੀ ਮਹਿਲਾ ਸਰਪੰਚ ਹਰਜੀਤ ਕੌਰ ਨੂੰ ਪੰਚਾਇਤੀ ਫੰਡਾਂ ਦੇ ਵਿੱਚ ਘਪਲਾ ਵੀ ਛੋਟਾ ਨਹੀਂ, 12 ਕਰੋੜ ਤੇ 24 ਲੱਖ ਰੁਪਏ ਦਾ ਘਪਲਾ ਸੀ, ਉਸ ਮਸਲੇ 'ਚ ਗ੍ਰਿਫਤਾਰ ਕਰ ਲਿਆ ਸੀ। ਉਹਦੇ ਤੋਂ ਬਾਅਦ ਹੁਣ ਸਾਬਕਾ ਵਿਧਾਇਕ ਨੇ ਮਦਨ ਲਾਲ ਜਲਾਲਪੁਰ ਤੇ ਇਸ ਘਪਲੇ ਦੀ ਪੈੜ ਮਦਨ ਲਾਲ ਜਲਾਲਪੁਰ ਵੱਲ ਜਾਣ ਦੇ ਸ਼ੰਕੇ ਵੱਧ ਗਏ ਹੈ ਤੇ ਰਡਾਰ ਤੇ ਜਲਾਲਪੁਰ ਵੀ ਆ ਗਿਆ ਹੈ। ਇਹਦੇ ਤੋਂ ਇਲਾਵਾ ਅਨਾਜ ਮੰਡੀਆਂ ਦੇ ਵਿੱਚ ਲੇਬਰ ਅਤੇ ਟਰਾਂਸਪੋਰਟ ਦੇ ਕੁਝ ਘਪਲੇ ਘੁਟਾਲਿਆਂ ਦੀ ਜਾਣਕਾਰੀ ਮਿਲੀ ਸੀ।
ਕਾਂਗਰਸ ਹਕੂਮਤ ਦੇ ਦੌਰਾਨ 3 ਵਰਿਆਂ ਦੇ ਦੌਰਾਨ ਟੈਂਡਰਾਂ ਦੀ ਜਾਂਚ ਦੀ ਮੰਗ ਸਬੰਧਤ ਠੇਕੇਦਾਰਾਂ ਵੱਲੋਂ ਕਰ ਲਈ ਗਈ ਸੀ। ਇਹਦੇ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਵਿਜੀਲੈਂਸ ਦੇ ਐਸਐਸਪੀ ਲੁਧਿਆਣਾ ਦੇ ਵੱਲੋਂ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਣਕਾਰੀ ਅਨੁਸਾਰ ਇਹ ਜਾਂਚ ਵੀ ਆਖਰੀ ਪੜਾਅ ਤੇ ਪਹੁੰਚ ਚੁੱਕੀ ਹੈ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ ਅਤੇ ਸਾਧੂ ਸਿੰਘ ਧਰਮਸੋਤ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੋਈ ਵੱਡੀ ਖਬਰ, ਕੋਈ ਵੱਡੀ ਖੁਸ਼ਖਬਰੀ ਦੇ ਸਕਦੇ ਹੈ। ਵੇਖਦੇ ਹਾਂ ਕਿ ਖਬਰ ਕਦੋਂ ਮਿਲਦੀ ਹੈ, ਪਰ ਕਹਿੰਦੇ ਨੇ ਕਿ ਜਾਂਚ ਪੜਤਾਲ ਚੱਕਵੇਂ ਪੈਰੀ ਕੀਤੀ ਹੋਈ ਹੈ। ਤੇ ਅਸਲ ਦੇ ਵਿੱਚ ਕੱਲ ਵੀ ਤੁਹਾਡੇ ਨਾਲ ਘਪਲੇ ਦੀਆਂ ਕਿੰਨੀਆਂ ਖਬਰਾਂ ਸਾਂਝੀਆਂ ਕੀਤੀਆਂ ਸੀ। ਸ਼ਾਇਦ ਹੀ ਕੋਈ ਦਿਨ ਇਸ ਤਰ੍ਹਾਂ ਦਾ ਲੰਘਦਾ ਹੈ ਕਿ ਜਦੋਂ ਘਪਲਿਆਂ ਦੀ, ਘੁਟਾਲਿਆਂ ਦੀ ਖਬਰ ਨਹੀਂ ਆਉਂਦੀ। ਪੰਜਾਬ ਵਿਜੀਲੈਂਸ ਵਾਲੇ ਇਸ ਵਕਤ ਕਾਫੀ ਰੁੱਝੇ ਹੋਏ ਨੇ, ਕਿਉਂਕਿ ਕੋਈ ਨਾ ਕੋਈ ਨਵਾਂ ਕੇਸ, ਕੋਈ ਗਬਨ ਦੀ ਪੈੜ ਉਹਨਾਂ ਨੂੰ ਨੱਪਣੀ ਪੈਂਦੀ ਹੈ, ਉਹਦੀ ਜਾਂਚ ਪੜਤਾਲ ਕਰਨੀ ਪੈ ਰਹੀ ਹੈ। ਆ ਇੱਕ ਹੋਰ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਦਾ ਮਸਲਾ ਸਾਹਮਣੇ ਆਇਆ ਹੈ। ਇਹ ਮਸਲਾ ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਿਲਿਆ ਹੈ। ਉੱਥੇ ਤਾਇਨਾਤ ਨਾਇਬ ਤਹਿਸੀਲਦਾਰ ਜਿਨ੍ਹਾਂ ਦਾ ਨਾਮ ਰਘਬੀਰ ਸਿੰਘ ਦੱਸਿਆ ਗਿਆ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਘਬੀਰ ਸਿੰਘ ਨਾਇਬ ਤਹਿਸੀਲਦਾਰ ਤੇ ਦੋਸ਼ ਇਹ ਲੱਗੇ ਨੇ ਕਿ ਉਹਨਾਂ ਨੇ ਕੁਝ ਪ੍ਰਾਈਵੇਟ ਵਿਅਕਤੀਆਂ ਦੇ ਨਾਲ ਮਿਲੀ ਭੁਗਤ ਕੀਤੀ। ਪਿੰਡ ਕਰੂਰਾ, ਜ਼ਿਲ੍ਹਾ ਰੂਪਨਗਰ ਚ ਪੈਂਦਾ, ਉੱਥੇ 54 ਏਕੜ ਗੈਰ ਮੁਮਕਿਨ ਪਹਾੜ ਦੀ ਸਰਕਾਰ ਨੂੰ ਕਲੈਕਟਰ ਰੇਟ ਨਾਲੋਂ ਵੱਧ ਕੀਮਤ ਤੇ ਰਜਿਸਟਰੀ ਕਰਵਾ ਦਿੱਤੀ ਹੈ। ਇਸ ਤਰ੍ਹਾਂ ਮੁਲਜ਼ਮਾਂ ਨੇ ਮਿਲੀ ਭੁਗਤ ਨਾਲ ਸਰਕਾਰੀ ਖਜ਼ਾਨੇ ਨੂੰ 48 ਕਰੋੜ ਰੁਪਏ ਦਾ ਚੂਨਾ ਲਾ ਦਿੱਤਾ ਕਿ ਕਿਹੜਾ ਪੱਲੇ ਹੋ ਜਾਂਦੇ ਨੇ। ਜ਼ਮੀਨ ਸਸਤੀ ਸੀ, ਮਹਿੰਗੇ ਭਾਅ ਦੇ ਉੱਤੇ ਰਜਿਸਟਰੀ ਕੀਤੀ ਕਿ ਸਰਕਾਰੀ ਖਰੀਦ ਰਹੀ ਹੈ, 48 ਕਰੋੜ ਰੁਪਏ ਦਾ ਚੂਨਾ ਲਾਇਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਥਾਣਾ ਨੂਰਪੁਰ ਬੇਦੀ ਦੇ ਵਿੱਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੋਇਆ ਹੈ। ਉਹਦੇ ਵਿੱਚ ਨਾਇਬ ਤਹਿਸੀਲਦਾਰ ਵੀ ਹੈ ਤੇ ਕੁਝ ਹੋਰ ਵਿਅਕਤੀਆਂ ਦੇ ਖਿਲਾਫ ਇਹ ਮਾਮਲਾ ਦਰਜ ਸੀ ਤੇ ਇਹਦੀ ਜਾਂਚ, ਇਹਦੀ ਤਫਤੀਸ਼ ਵਿਜੀਲੈਂਸ ਬਿਊਰੋ ਦੇ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਿੰਡ ਕਰੂਰਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਗੈਰ ਮੁਮਕਿਨ ਪਹਾੜ, ਨਦੀ, ਟਿੱਬਾ, ਦਰਾੜ ਆਦਿ ਜਿਹੜੀ ਕਿਸਮ ਦੀ ਜ਼ਮੀਨ ਸੀ, 54 ਏਕੜ ਦਾ ਰਕਬਾ ਕਰੂਰਾ ਪਿੰਡ ਵਾਸੀਆਂ ਦੇ ਨਾਮ ਉੱਪਰ ਸੀ, ਪਰ ਉਹਨੂੰ ਪੰਜਾਬ ਰਾਜ ਜੰਗਲਾਤ ਕਾਰਪੋਰੇਸ਼ਨ ਐਸਐਸ ਨਗਰ ਦੇ ਵੱਲੋਂ ਖਰੀਦੇ ਜਾਣ ਦੀ ਤਜਵੀਜ਼ ਸੀ। ਇਸ ਸੰਬੰਧੀ ਇਸ ਪਿੰਡ ਦੀ ਜ਼ਮੀਨ ਦੀ ਇੰਸਪੈਕਸ਼ਨ ਕਰਨ ਲਈ ਇੱਕ ਕਮੇਟੀ ਬਣਾਈ ਗਈ। ਉਹ ਕਮੇਟੀ ਦੇ ਵਿੱਚ ਅਮਿਤ ਚੌਹਾਨ, ਵਣ ਮੰਡਲ ਅਫਸਰ ਰੂਪਨਗਰ, ਜੁਗਰਾਜ ਸਿੰਘ ਰੀਜਨਲ ਮੈਨੇਜਰ ਮੋਹਾਲੀ, ਅਮਰਜੀਤ ਸਿੰਘ ਹਲਕਾ ਪਟਵਾਰੀ ਨੁਮਾਇੰਦਾ ਦਫ਼ਤਰ ਐਸਡੀਐਮ ਸ਼੍ਰੀ ਅਨੰਦਪੁਰ ਸਾਹਿਬ, ਜਸਪਾਲ ਸਿੰਘ ਰੇਂਜ ਅਫਸਰ ਬਲਾਕ ਨੂਰਪੁਰ ਬੇਦੀ, ਨਰਿੰਦਰ ਸਿੰਘ ਤੇ ਰਾਜੇਸ਼ ਕੁਮਾਰ ਦੋਵੇਂ ਵਣਗਾਰਡ, ਰਾਮਪਾਲ ਸਿੰਘ ਸਰਪੰਚ ਪਿੰਡ ਕਰੂਰਾ ਅਤੇ ਜੋਗੇਸ਼ ਕੁਮਾਰ ਬਤੌਰ ਕਮੇਟੀ ਮੈਂਬਰ ਸ਼ਾਮਲ ਸਨ। ਉਹਨਾਂ ਨੇ ਦੱਸਿਆ ਕਿ ਪ੍ਰਾਈਵੇਟ ਵਿਅਕਤੀਆਂ ਜਿਨ੍ਹਾਂ ਦੇ ਵਿੱਚ ਦਲਜੀਤ ਸਿੰਘ ਭਿੰਡਰ ਅਤੇ ਅਮਰਿੰਦਰ ਸਿੰਘ ਭਿੰਡਰ ਦੇ ਵੱਲੋਂ ਇੱਕ ਸਾਜ਼ਿਸ਼ ਘੜੀ ਗਈ। ਸਾਜ਼ਿਸ਼ ਦੇ ਤਹਿਤ ਮਿਲੀ ਭੁਗਤ ਕਰਕੇ ਕਲੈਕਟਰ ਰੇਟ ਸੀਗਾ ਜਿਹੜਾ ਉਹ 90,000 ਰੁਪਏ ਵਾਲੀ ਜ਼ਮੀਨ ਪੰਜਾਬ ਜੰਗਲਾਤ ਕਾਰਪੋਰੇਸ਼ਨ ਲਿਮਟਿਡ ਨੂੰ 9 ਲੱਖ ਤੇ 90,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚੀ ਗਈ। ਇਹਨਾਂ ਨੇ ਮਿਲੀ ਭੁਗਤ ਕੀਤੀ, ਸਰਕਾਰੀ ਖਜ਼ਾਨੇ ਨੂੰ 48 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਵਿਜੀਲੈਂਸ ਦੇ ਵੱਲੋਂ ਜਿਹੜੀ ਜਾਂਚ ਕੀਤੀ ਗਈ ਉਹਦੇ ਵਿੱਚ ਪਤਾ ਲੱਗਿਆ ਕਿ ਕਾਰਪੋਰੇਸ਼ਨ ਨੂੰ ਵੇਚਿਆ ਗਿਆ ਇਹ ਰਕਮਾਂ 54 ਏਕੜ ਦੀ ਬਜਾਏ ਇਹ 54 ਵੀ ਨਹੀਂ ਮਿਲਿਆ, ਸਿਰਫ 46 ਏਕੜ ਮਿਲਿਆ। ਜਾਂਚ ਵਿੱਚ ਇਹ ਵੀ ਪਾਇਆ ਗਿਆ, ਜਿਹੜੇ ਦਸਤਾਵੇਜ਼ ਜਦੋਂ ਫਰੋਲੇ ਗਏ, ਕਿ ਇਸ ਜ਼ਮੀਨ ਦੀ ਰਜਿਸਟਰੀ ਰਘਵੀਰ ਸਿੰਘ ਨਾਇਬ ਤਹਿਸੀਲਦਾਰ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਨੂਰਪੁਰ ਬੇਦੀ ਤਹਿਸੀਲ ਦੇ ਵਿੱਚ ਜਾ ਕੇ 1 ਸਤੰਬਰ ਤੇ 2020 ਨੂੰ ਵਸੀਕਾ ਦਰਜ ਕਰਵਾਇਆ। ਉਹਨਾਂ ਦੱਸਿਆ ਕਿ ਮੁੱਢਲੀ ਪੜਤਾਲ ਦੇ ਉਪਰੰਤ ਮੁਕੱਦਮੇ ਵਿੱਚ ਦੋਸ਼ੀ ਨਾਇਬ ਤਹਿਸੀਲਦਾਰ ਉਹਨੂੰ ਤਾਂ ਗ੍ਰਿਫਤਾਰ ਕਰ ਲਿਆ ਹੈ, ਪਰ ਜਿਹੜੇ ਬਾਕੀ ਦੇ 2 ਦੋਸ਼ੀ ਨੇ ਉਹਨਾਂ ਦੀ ਹਲੇ ਭਾਲ ਜਾਰੀ ਆ। ਉਹ ਕਿੱਥੇ ਲੁਕੇ ਹੋਏ ਨੇ, ਕਿੱਥੇ ਛਿਪੇ ਹੋਏ ਨੇ, ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਤੁਸੀਂ ਦੇਖੋ ਕਿ ਸਰਕਾਰੀ ਖਜ਼ਾਨੇ ਚੋਂ ਤਨਖਾਹ ਲੈਣੀ ਹੈ, ਧੋਖਾ ਵੀ ਸਰਕਾਰ ਤੇ ਨਾਲੇ ਤੇ ਸਰਕਾਰੀ ਖਜ਼ਾਨੇ ਨੂੰ ਇਹ ਚੂਨਾ। ਹੁਣ ਕਿਹਦੇ ਤੇ ਬੰਦਾ ਵਿਸ਼ਵਾਸ ਕਰੇ ਤੇ ਕਿਹਦੇ ਤੇ ਨਾ ਕਰੇ। ਆ ਖਾਕੀ ਵਰਦੀ ਕਾਹਦੇ ਵਾਸਤੇ ਹੁੰਦੀ ਹੈ, ਪੁਲਿਸ ਕਾਹਦੇ ਵਾਸਤੇ ਹੁੰਦੀ ਹੈ ਕਿ ਕੋਈ ਕਾਨੂੰਨ ਨੂੰ ਹੱਥ 'ਚ ਨਾ ਲਵੇ, ਕੋਈ ਗੈਰ ਕਾਨੂੰਨੀ ਕੰਮ ਨਾ ਕਰੇ, ਲੋਕਾਂ ਦੀਆਂ ਇੱਜ਼ਤਾਂ ਮਹਿਫੂਜ਼ ਰਹਿਣ। ਪਰ ਆ ਖਬਰ ਤਾਂ ਇਸ਼ਾਰਾ ਕੁਝ ਹੋਰ ਹੀ ਕਰਦੀ ਹੈ। ਪਟਿਆਲਾ ਦਾ ਇੱਕ ਡੀਐਸਪੀ ਹੈ, ਉਹਦੇ ਖਿਲਾਫ ਉਹਦੇ ਮਕਾਨ ਦੇ ਵਿੱਚ 7 ਸਾਲਾਂ ਤੱਕ ਬਤੌਰ ਕਿਰਾਏਦਾਰ ਪਰਿਵਾਰ ਸਮੇਤ ਰਹਿ ਰਹੀ ਇੱਕ ਮਹਿਲਾ ਨੇ
इस DSP ਦੇ ਖਿਲਾਫ ਜ਼ਬਰ ਜਨਾਹ ਕਰਨ, ਇਨਕਾਰ ਜਾਂ ਕਿਸੇ ਨੂੰ ਸ਼ਿਕਾਇਤ ਕਰਨ ਤੇ ਪੂਰੇ ਪਰਿਵਾਰ ਨੂੰ ਕਿਸੇ ਮੁਕੱਦਮੇ ਵਿੱਚ ਫਸਾਉਣ ਦੀਆਂ ਧਮਕੀਆਂ ਦੋਸ਼ ਲਾਏ ਹੈ। ਇਸ ਮਹਿਲਾ ਦਾ ਪਤੀ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚੁੱਪ ਰਿਹਾ, ਆਪ ਵੀ ਉਹ ਚੁੱਪ ਰਹੀ, ਕਿਉਂਕਿ ਸਵਾਲ ਵੱਡਾ ਸੀ ਕਿ 7 ਸਾਲ ਚੁੱਪ ਕਿਉਂ ਰਹੀ। ਉਹਨਾਂ ਨੇ ਦੱਸਿਆ ਮੈਂ ਚੁੱਪ ਕਿਉਂ ਰਹੀ ਕਿ ਮੈਨੂੰ ਆਪਣੇ ਬੱਚਿਆਂ ਦੇ ਭਵਿੱਖ ਦਾ ਖਤਰਾ ਸੀ ਕਿ ਸਾਨੂੰ ਕਿਸੇ ਮੁਕੱਦਮੇ 'ਚ ਫਸਾ ਦਿੱਤਾ ਜਾਏਗਾ। ਪਰ ਕਹਿੰਦੀ ਹੁਣ ਮੇਰੇ ਦੋਵੇਂ ਪੁੱਤਰ ਵਿਦੇਸ਼ ਚਲੇ ਗਏ ਹੈ, ਜਿਸ ਤੋਂ ਬਾਅਦ ਕਹਿੰਦੀ ਮੈਂ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਕਰਨ ਤੋਂ ਬਾਅਦ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਗਠਿਤ ਕੀਤੀ ਗਈ ਸਿੱਟ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਆਪਣੇ ਆਪ 'ਚ ਅਗਲਾ ਹੈਰਾਨੀਜਨਕ ਕਦਮ ਹੈ। ਮਹਿਲਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਜਿਹੜਾ ਮੁਲਜ਼ਮ DSP ਹੈ ਉਹਦੇ ਤੇ ਅਤੇ ਉਹਦੇ ਗਨਮੈਨ ਤੇ ਧਮਕੀਆਂ ਦੇਣ ਵਾਲਿਆਂ ਦੇ ਉੱਤੇ ਮਾਮਲਾ ਦਰਜ ਕਰਨ ਤੇ ਉਸਦੇ ਪਰਿਵਾਰ ਦੀ ਸੁਰੱਖਿਆ ਵਾਸਤੇ ਅਪੀਲ ਵੀ ਨਾਲ ਕੀਤੀ ਹੈ। ਜਸਟਿਸ ਰਾਜ ਮੋਹਨ ਸਿੰਘ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸਰਕਾਰ ਅਤੇ ਪੁਲਿਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ, ਜਿਸ ਨੂੰ ਸਰਕਾਰ ਦੀ ਵਕੀਲ ਨੇ ਮਨਜ਼ੂਰ ਵੀ ਕਰ ਲਿਆ ਹੈ ਅਤੇ 18 ਅਕਤੂਬਰ ਤੱਕ ਅਦਾਲਤ ਦੇ ਵਿੱਚ ਸਟੇਟਸ ਰਿਪੋਰਟ ਦਾਖਲ ਕਰਨ ਦੇ ਨਾਲ ਵੀ ਮਾਨਯੋਗ ਅਦਾਲਤ ਨੇ ਹੁਕਮ ਦਿੱਤੇ ਹੈ। ਨਾਲ ਹੀ ਸੰਬੰਧਿਤ ਪੁਲਿਸ ਅਧਿਕਾਰੀ ਨੂੰ ਹਦਾਇਤ ਦਿੱਤੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੀੜਤ ਮਹਿਲਾ ਅਤੇ ਉਹਦੇ ਪਰਿਵਾਰ ਨੂੰ ਪੁਲਿਸ ਪਰੇਸ਼ਾਨ ਨਾ ਕਰੇ। ਹੁਣ ਤੁਸੀਂ ਆਪ ਹਿਸਾਬ ਲਾਓ ਕਿ ਜੇਕਰ ਇਹ ਹੋਵੇ ਕਿ ਤੀਜਾ ਬੰਦਾ ਕਿਸੇ ਮਹਿਲਾ ਨੂੰ, ਕਿਸੇ ਧੀ ਭੈਣ ਨੂੰ ਤੰਗ ਕਰ ਰਿਹਾ ਹੈ ਤਾਂ ਪੁਲਿਸ ਦਾ ਫਰਜ਼ ਹੁੰਦਾ ਉਹਨੂੰ ਬਚਾਉਣਾ। ਪਰ ਜੇ ਪੁਲਿਸੇ ਤੰਗ ਕਰਦੀ ਹੋਵੇ ਉਹ ਕਿਹਦੇ ਕੋਲ ਜਾਵੇ? ਜੇ ਸ਼ਿਕਾਇਤ ਦਿੱਤੀ ਹੋਵੇ ਉਹਦੇ ਕੋਲ ਕਾਰਵਾਈ ਹੋਵੇ ਹੀ ਨਾ ਉਹਦੇ ਉੱਤੇ ਕੋਈ। ਆ ਵੇਖਦੇ ਹਾਂ 18 ਅਕਤੂਬਰ ਤੱਕ ਕਿਹੜੀ ਸਟੇਟਸ ਰਿਪੋਰਟ ਮਾਨਯੋਗ ਅਦਾਲਤ ਦੇ ਵਿੱਚ ਪੁਲਿਸ ਵੱਲੋਂ ਦਾਇਰ ਕੀਤੀ ਜਾਂਦੀ ਹੈ। ਗੁਰੂ ਤੇ ਚੇਲੇ ਦਾ ਰਿਸ਼ਤਾ ਸੱਚਮੁੱਚ ਬੜਾ ਪਵਿੱਤਰ ਰਿਸ਼ਤਾ ਹੈ। ਕਹਿਣ ਦਾ ਭਾਵ ਅਧਿਆਪਕ ਦਾ ਉਹਦੇ ਵਿਦਿਆਰਥੀਆਂ ਦਾ ਜਾਂ ਵਿਦਿਆਰਥਣਾਂ ਦਾ ਬੜਾ ਪਵਿੱਤਰ ਨਾਤਾ ਹੁੰਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਅਧਿਆਪਕਾਂ ਕੋਲ ਭੇਜਦੇ ਉਹਨਾਂ ਦੇ ਸੁਨਹਿਰੇ ਭਵਿੱਖ ਵਾਸਤੇ। ਸਭ ਤੋਂ ਵੱਡਾ ਅਸੀਂ ਭਰੋਸਾ ਕਰਦੇ ਹਾਂ ਅਧਿਆਪਕਾਂ ਤੇ, ਸਕੂਲ ਦੇ ਉੱਤੇ, ਕਿ ਉੱਥੇ ਸਾਡੇ ਬੱਚੇ ਮਹਿਫੂਜ਼ ਨੇ, ਕੁਝ ਚੰਗੀ ਸਿੱਖਿਆ ਤਾਲੀਮ ਲੈ ਕੇ ਆਉਣਗੇ। ਪਰ DAV ਸਕੂਲ ਰੂਪਨਗਰ ਦੇ ਉੱਤੇ ਦੋਸ਼ ਲੱਗੇ ਸੀ। ਬੀਤੇ ਦਿਨੀ ਬੜਾ ਹੰਗਾਮਾ ਹੋਇਆ ਸੀ ਕਿ ਉੱਥੇ ਇੱਕ ਅਧਿਆਪਕ ਹੈ, ਨਾਮ ਉਹਦਾ ਸੁਨੀਲ ਕੁਮਾਰ, ਉਹ ਵਿਦਿਆਰਥਣਾਂ ਨੂੰ ਅਸ਼ਲੀਲ ਮੈਸੇਜ ਭੇਜਦਾ ਹੈ। ਤੇ ਹੁਣ ਖਬਰ ਮਿਲੀ ਹੈ ਕਿ ਇਸ ਮਸਲੇ ਦੇ ਵਿੱਚ ਊਨਾ ਹਿਮਾਚਲ ਪ੍ਰਦੇਸ਼ ਤੋਂ ਇਸ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਤੇ ਰੂਪਨਗਰ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਵੀ ਲੈ ਲਿਆ ਸੀ। ਗ੍ਰਿਫਤਾਰੀ ਤੋਂ ਬਾਅਦ ਪੇਸ਼ੀ ਭੁਗਤਣ ਆਏ ਸੁਨੀਲ ਕੁਮਾਰ ਨੇ ਕਿਹਾ ਕਿ ਮੈਂ ਅੱਜ ਤੱਕ ਲਗਭਗ 10,000 ਬੱਚਿਆਂ ਨੂੰ ਪੜ੍ਹਾਇਆ ਹੈ, ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ, ਮੇਰੇ ਖਿਲਾਫ ਇਹ ਇੱਕ ਸਾਜ਼ਿਸ਼ ਘੜੀ ਗਈ ਹੈ। ਦੱਸਣਾ ਬਣਦਾ ਕਿ ਬੀਤੇ ਦਿਨੀ ਅਧਿਆਪਕ ਖਿਲਾਫ ਸਖਤ ਕਾਰਵਾਈ ਕਰਨ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਸਕੂਲ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਉਸੇ ਦੌਰਾਨ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਅਸਤੀਫਾ ਵੀ ਦਿੱਤਾ ਗਿਆ ਤੇ ਨਵਾਂ ਪ੍ਰਿੰਸੀਪਲ ਨਿਯੁਕਤ ਕਰ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ ਜਦੋਂ ਤੱਕ ਇਸ ਕੇਸ ਦਾ ਨਿਪਟਾਰਾ ਨਹੀਂ ਹੁੰਦਾ ਉਹ ਸਕੂਲ ਦੇ ਵਿੱਚ ਨਹੀਂ ਆਉਣਗੇ। ਦੱਸਣਾ ਬਣਦਾ ਕਿ 6 ਅਗਸਤ ਨੂੰ ਦੁਪਹਿਰ 3 ਵਜੇ ਥਾਣਾ ਸਦਰ ਰੂਪਨਗਰ ਦੇ SHO ਗੁਰਪ੍ਰੀਤ ਸਿੰਘ, ਉਹਨਾਂ ਨੇ ਅਸਲ ਦੇ ਵਿੱਚ ਇਹ ਮਾਮਲੇ ਦੀ ਪੈਰਵੀ ਕੀਤੀ ਸੀ। ਮਹਿਲਾ ਪੁਲਿਸ ਨੇ ਸਕੂਲ ਦੀਆਂ 12 ਵਿਦਿਆਰਥਣਾਂ, ਉਹਨਾਂ ਦੇ ਫਿਰ ਬਿਆਨ ਕਲਮਬੱਧ ਕੀਤੇ ਸੀ। ਵਿਦਿਆਰਥਣਾਂ ਦੇ ਬਿਆਨਾਂ ਦੇ ਆਧਾਰ ਤੇ ਘਨੌਲੀ ਦੇ ਰਹਿਣ ਵਾਲੇ ਅਧਿਆਪਕ ਸੁਨੀਲ ਕੁਮਾਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਸੀ। ਮੁਕੱਦਮਾ ਦਰਜ ਕਰਕੇ ਉਹਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਅਧਿਆਪਕ ਦੀ ਗ੍ਰਿਫਤਾਰੀ ਨਹੀਂ ਸੀ ਹੋਈ ਤੇ ਲੋਕ ਗੁੱਸੇ ਵਿੱਚ ਆ ਗਏ ਤੇ ਉਹ ਪ੍ਰਦਰਸ਼ਨ ਕੀਤਾ ਸੀ। 8 ਅਗਸਤ ਨੂੰ ਵੱਖ-ਵੱਖ ਜਥੇਬੰਦੀਆਂ ਨੇ ਦੋਸ਼ੀ ਅਧਿਆਪਕ ਦੀ ਗ੍ਰਿਫਤਾਰੀ ਦੇ ਵਾਸਤੇ ਸਕੂਲ ਦੇ ਸਾਹਮਣੇ ਧਰਨਾ ਮਾਰ ਲਿਆ ਸੀ। ਵਿਦਿਆਰਥਣਾਂ ਨੇ ਦੋਸ਼ ਲਗਾਏ ਸੀ ਕਿ ਪ੍ਰਿੰਸੀਪਲ ਨੇ ਵਿਦਿਆਰਥੀ ਨੂੰ ਆਪਣੇ ਦਫ਼ਤਰ ਦੇ ਵਿੱਚ ਸੱਦ ਕੇ ਕਮਰੇ ਵਿੱਚ ਇਕੱਲਿਆਂ ਬੁਲਾ ਕੇ ਉਹਨਾਂ ਤੇ ਦਬਾਅ ਪਾਇਆ ਸੀ, ਉਹਨਾਂ ਦਾ ਬ੍ਰੇਨ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਗੱਲ ਇੱਥੇ ਦੱਬ ਦਿਓ, ਸਕੂਲ ਦੀ ਬਦਨਾਮੀ ਹੋਊਗੀ। ਇੱਕ ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ, ਅਸ਼ਲੀਲ ਮੈਸੇਜ ਭੇਜਣ ਦੇ ਮਾਮਲੇ ਵਿੱਚ ਸਕੂਲ ਪ੍ਰਿੰਸੀਪਲ ਅਤੇ ਮੈਨੇਜਮੈਂਟ ਮਾਮਲੇ ਤੇ ਪਰਦਾ ਪਾਉਣਾ ਚਾਹੁੰਦੇ ਸੀ। ਅਧਿਆਪਕ ਉਹਨਾਂ ਕੋਲ ਆ ਰਹੇ ਸੀ, ਵਾਰ-ਵਾਰ ਸਕੂਲ ਦੇ ਸਨਮਾਨ ਦੀ ਗੱਲ ਕਰ ਰਹੇ ਸੀ। ਉਹਨਾਂ ਨੇ ਦੋਸ਼ ਲਗਾਇਆ ਕਿ ਜਦੋਂ ਕਈ ਲੜਕੀਆਂ ਨੇ ਇਕੱਠੀਆਂ ਹੋ ਕੇ ਪ੍ਰਿੰਸੀਪਲ ਨੂੰ ਆਪਣਾ ਸਾਰਾ ਦੁੱਖ ਬਿਆਨ ਕੀਤਾ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਤੁਹਾਡੀ ਸੋਚ ਗੰਦੀ ਹੈ ਅਤੇ ਤੁਹਾਨੂੰ ਕੋਈ ਗਲਤਫਹਿਮੀ ਹੋ ਗਈ ਹੈ, ਇਸ ਤਰ੍ਹਾਂ ਸਾਡਾ ਅਧਿਆਪਕ ਕਰ ਨਹੀਂ ਸਕਦਾ। ਜਦਕਿ ਲੜਕੀਆਂ ਨੇ ਦੱਸਿਆ ਕਿ ਉਹਨਾਂ ਦੇ ਮੋਬਾਈਲ ਦੇ ਵਿੱਚ ਚੈਟਿੰਗ ਕਰਨ ਦੇ ਸਬੂਤ ਸੀ, ਅਸ਼ਲੀਲ ਮੈਸੇਜ ਜਿਹੜੇ ਭੇਜੇ ਹੋਏ ਸੀ ਉਹਨਾਂ ਕੋਲ ਮੌਜੂਦ ਸੀ।
ਸਕੂਲ ਮੈਨੇਜਮੈਂਟ ਨੇ ਵਿਦਿਆਰਥੀ ਨੂੰ ਡਰਾਇਆ, ਡਰਾ ਧਮਕਾ ਕੇ ਉਹ ਜਿਹੜੇ ਮੈਸੇਜ ਡਿਲੀਟ ਕਰਵਾ ਦਿੱਤੇ। ਇੱਕ ਹੋਰ ਵਿਦਿਆਰਥੀ ਦੀ ਮਾਂ ਨੇ ਦੱਸਿਆ ਕਿ ਉਹਦੀ ਬੇਟੀ ਇਸ ਵਕਤ ਇੰਨੀ ਕੁ ਡਰੀ ਹੋਈ ਹੈ, ਇੰਨੀ ਕੁ ਮਾਨਸਿਕ ਪਰੇਸ਼ਾਨੀ ਵਿੱਚ ਹੈ, ਤਣਾਅ ਦੇ ਵਿੱਚ, ਉਹ ਕਹਿੰਦੀ ਮੈਂ ਉਹ ਸਕੂਲ ਜਾਣਾ ਹੀ ਨਹੀਂ, ਮੈਂ ਆਪਣਾ ਸਕੂਲ ਬਦਲਣਾ ਚਾਹੁੰਦੀ ਹਾਂ। ਪਰ ਆਖਿਰਕਾਰ ਇਸ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ। ਵੇਖਦੇ ਹਾਂ ਕਿ ਜਿਹੜੇ ਉਹਦੇ ਤੇ ਲੱਗੇ ਦੋਸ਼ ਨੇ ਉਹਨਾਂ ਦੋਸ਼ਾਂ ਦੇ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਉਂਦਾ ਹੈ। ਤੇ ਅਗਲੀ ਖਬਰ ਸੱਚਮੁੱਚ ਪੰਜਾਬੀਆਂ ਵਾਸਤੇ, ਪੰਜਾਬ ਵਾਸਤੇ ਕਾਫੀ ਵੱਡੀ ਹੈ, ਕਿਉਂਕਿ ਪੰਜਾਬ ਦੇ ਡੀਜੀਪੀ ਲਾਏ ਹੋਏ ਨੇ ਹੁਣ ਗੌਰਵ ਯਾਦਵ। ਕੱਲ ਉਹ ਫਿਰੋਜ਼ਪੁਰ ਦੇ ਵਿੱਚ ਪਹੁੰਚੇ ਹੋਏ ਸੀ, ਜਿੱਥੇ ਉਹਨਾਂ ਨੇ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ਤੇ ਬਰਕਰਾਰ ਰੱਖਾਂਗੇ। ਨਸ਼ਾ ਵੇਚਣ ਵਾਲੇ ਲੋਕ ਨੇ, ਤਸਕਰ ਨੇ ਜਾਂ ਸਮਾਜ ਵਿਰੋਧੀ ਅਨਸਰ ਨੇ ਜਿਹੜੇ, ਕਿਸੇ ਵੀ ਕੀਮਤ ਤੇ ਕਹਿੰਦੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਇਹਦੇ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਸੀਂ ਆਹ ਜਿਹੜੀ ਅੱਜ ਦੀ ਮੀਟਿੰਗ ਕਰ ਰਹੇ ਹਾਂ ਫਿਰੋਜ਼ਪੁਰ ਦੇ ਅਧਿਕਾਰੀਆਂ ਨਾਲ, ਇਹ ਰੂਟੀਨ ਦੀ ਮੀਟਿੰਗ ਹੈ, ਰਿਵਿਊ ਕਰ ਰਹੇ ਹਾਂ ਅਸੀਂ। ਡੀਜੀਪੀ ਨੇ ਇਹ ਵੀ ਆਖਿਆ ਕਿ ਪੰਜਾਬ ਪੁਲਿਸ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਨੇ ਅਤੇ ਬਹੁਤ ਛੇਤੀ ਪੰਜਾਬ ਨੂੰ ਆ ਗੈਂਗਸਟਰ ਜਿਹੜੇ ਹੈਗੇ ਆ, ਗੈਂਗਸਟਰਵਾਦ ਆਖੀ ਭਾਵੇਂ ਨੂੰ, ਇਹਦੇ ਤੋਂ ਮੁਕਤ ਕਰ ਦਿਆਂਗੇ। ਫਿਰ ਉਹਨਾਂ ਨੂੰ ਪੁੱਛਿਆ ਗਿਆ ਕਿ ਮੁਕਤ ਹੋਊਗਾ ਕਿਵੇਂ। ਉਹ ਕਹਿੰਦੇ ਦਰਅਸਲ ਪੰਜਾਬ ਪੁਲਿਸ ਇੱਕ ਬਿਹਤਰੀਨ ਪੁਲਿਸ ਫੋਰਸ ਹੈ, ਇਹ ਉਹੀ ਪੁਲਿਸ ਫੋਰਸ ਆ ਜਿਸ ਨੇ ਪੰਜਾਬ ਦੇ ਵਿੱਚੋਂ ਅੱਤਵਾਦ ਦਾ ਖਾਤਮਾ ਕੀਤਾ। ਫਿਰ ਉਹ ਕਹਿੰਦੇ ਗੈਂਗਸਟਰ ਉਹ ਕਿਹੜੇ ਬਾਗ ਦੀ ਮੂਲੀ ਨੇ। ਉਹਨਾਂ ਨੇ ਕਿਹਾ ਕਿ ਇਹ ਗੈਂਗਸਟਰ ਦੋਸ਼ੀ ਨੇ, ਤੁਹਾਨੂੰ ਕਹਿੰਦੇ ਇਹ ਵੀ ਪਤਾ ਹੈ ਕਿ ਦੋਸ਼ੀਆਂ ਪ੍ਰਤੀ ਪੁਲਿਸ ਦਾ ਰਵੱਈਆ ਕਿਹੋ ਜਿਹਾ ਹੁੰਦਾ ਹੈ। ਤੇ ਉਹਨਾਂ ਨੇ ਤਰਨਤਾਰਨ ਪੁਲਿਸ ਦੀ ਸ਼ਲਾਘਾ ਵੀ ਕੀਤੀ, ਕਿਹਾ ਕਿ ਇੱਥੋਂ ਦੀ ਪੁਲਿਸ ਨੇ ਵੱਡੀ ਬਰਾਮਦਗੀ ਕੀਤੀ। NIA ਦੇ ਲੋੜੀਂਦੇ ਭਗੌੜੇ ਨੂੰ ਪੁਲਿਸ ਨੇ ਕਾਬੂ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ। ਉਹ ਕਹਿੰਦੇ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਵਿੱਢੀ ਹੋਈ ਹੈ, ਜਿਸ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਵੀ ਦਿਨ ਪ੍ਰਤੀ ਦਿਨ ਮਿਲ ਰਹੀ ਹੈ ਅਤੇ ਭਵਿੱਖ ਵਿੱਚ ਵੀ ਆਪਰੇਸ਼ਨ ਜਾਰੀ ਰਹੇਗਾ ਤੇ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਾਂਗੇ। ਉਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਅਮਨ ਕਾਨੂੰਨ, ਅਮਨ ਸ਼ਾਂਤੀ, ਸਦਭਾਵਨਾ ਤੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਜਿੱਥੇ ਕਿਤੇ ਵੀ ਨਸ਼ਾ ਤਸਕਰਾਂ ਜਾਂ ਸਮਾਜ ਵਿਰੋਧੀ ਅਨਸਰਾਂ ਸੰਬੰਧੀ ਉਹਨਾਂ ਨੂੰ ਕੋਈ ਸੂਚਨਾ ਮਿਲਦੀ ਹੈ ਜਾਂ ਉਹਨਾਂ ਨੂੰ ਕੋਈ ਜਾਣਕਾਰੀ ਹੈ ਤਾਂ ਪੁਲਿਸ ਨਾਲ ਜ਼ਰੂਰ ਸਾਂਝੀ ਕਰਨ, ਤਾਂ ਕਿ ਜਿਹੜੇ ਇਹ ਸਮਾਜ ਵਿਰੋਧੀ ਲੋਕ ਨੇ, ਤਸਕਰ ਨੇ, ਅਨਸਰ ਨੇ, ਇਹਨਾਂ ਨੂੰ ਫੜਿਆ ਜਾ ਸਕੇ। ਹੁਣ ਵੇਖਦੇ ਹਾਂ ਕਿ ਉਹਨਾਂ ਦਾ ਇਹ ਕਹਿਣਾ, ਬਿਆਨ ਬਹੁਤ ਵੱਡਾ ਹੈ ਕਿ ਪੰਜਾਬ ਦੀ ਪੁਲਿਸ ਦੋਸ਼ੀਆਂ ਨਾਲ ਕੀ ਸਲੂਕ ਕਰਦੀ ਹੁੰਦੀ ਹੈ, ਇਹ ਦੋਸ਼ੀ ਲੋਕ ਨੇ ਉਸ ਤਰ੍ਹਾਂ ਦਾ ਸਲੂਕ ਕਰਾਂਗੇ। ਜੇ ਅੱਤਵਾਦ ਦਾ ਖਾਤਮਾ ਕੀਤਾ ਜਾ ਸਕਦਾ ਤਾਂ ਇਹ ਕਿਹੜੇ ਬਾਗ ਦੀ ਮੂਲੀ ਨੇ। ਅਸਲ ਦੇ ਵਿੱਚ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਇੱਕ ਬਹੁਤ ਵੱਡਾ ਇਸ਼ਾਰਾ ਕਰ ਦਿੱਤਾ ਹੈ ਕਿ ਜਾਂ ਤਾਂ ਮੁੱਖ ਧਾਰਾ ਚ ਆ ਜਾਓ, ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿਓ, ਨਹੀਂ ਤਾਂ ਤੁਹਾਨੂੰ ਪਤਾ ਹੈ, ਜੇ ਨਹੀਂ ਪਤਾ ਤਾਂ ਉਹਨਾਂ ਦਿਨਾਂ ਦਾ ਇਤਿਹਾਸ ਪੜ੍ਹ ਲਿਓ ਕਿ ਪੁਲਿਸ ਕਰਿਆ ਕੀ ਕਰਦੀ ਸੀ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣੇ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।